ਸਮਾਂ ਬੀਤਿਆ ਕਿ ਦਿੱਲੀ ਦੇ ਬਾਰਡਰਾਂ ਉੱਤੇ ਕਿਸਾਨ ਬੈਠੇ ਸੰਘਰਸ਼ ਕਰ ਰਹੇ ਸੀ। ਪੂਰੇ ਵਰਲਡ ਵਾਈਡ ਨਰਿੰਦਰ ਮੋਦੀ ਦੀ ਵਿਰੋਧਤਾ ਸ਼ੁਰੂ ਹੋ ਗਈ ਸੀ। ਹੁਣ 1.5 ਸਾਲ ਦੇ ਲਗਭਗ ਸਮਾਂ ਬੀਤ ਗਿਆ ਹੈ ਦਿੱਲੀ ਮੋਰਚਾ ਫਤਿਹ ਹੋਏ ਨੂੰ, ਤੇ ਹੁਣ ਕੀ ਵੇਖਦੇ ਆ ਕਿ 1.5 ਸਾਲ ਬੀਤਣ ਦੇ ਬਾਅਦ ਲੋਕ ਧੜਾ ਧੜ ਫਿਰ ਬੀਜੇਪੀ ਵਿੱਚ ਸ਼ਾਮਲ ਹੋ ਰਹੇ ਹਨ। ਤੇ ਅਸੀਂ ਗੱਲ ਕਰਦੇ ਹਾਂ ਮਜੀਠੇ ਦੀ, ਜਿੱਥੇ 2 ਪਿੰਡਾਂ ਵਿੱਚ ਵੱਡੀ ਗਿਣਤੀ ਵਿੱਚ ਲੋਕ ਪਰਮਜੀਤ ਸਿੰਘ ਪੰਮਾ ਦੀ ਪ੍ਰਧਾਨਗੀ ਹੇਠ ਬੀਜੇਪੀ ਵਿੱਚ ਸ਼ਾਮਲ ਹੋਏ ਆ। ਪਹਿਲਾ ਪਿੰਡ ਹੈ ਬੁਰਜਨੋਬਾਦ। ਉੱਥੇ ਸਾਬਕਾ ਸਰਪੰਚ ਦੇ ਘਰ ਇੱਕ ਵੱਡਾ ਇਕੱਠ ਕੀਤਾ ਗਿਆ ਅਤੇ ਲੋਕਾਂ ਨੇ ਪਰਮਜੀਤ ਸਿੰਘ ਪੰਮਾ ਦੀ ਅਗਵਾਈ ਦੇ ਵਿੱਚ ਬੀਜੇਪੀ ਨੂੰ ਸਾਥ ਦੇਣ ਦਾ ਪ੍ਰਣ ਲਿਆ। ਇਸ ਮੌਕੇ ਲਗਭਗ 20 ਪਰਿਵਾਰਾਂ ਨੇ ਬੀਜੇਪੀ ਦਾ ਪੱਲਾ ਫੜਿਆ ਤੇ ਪ੍ਰਣ ਲਿਆ ਕਿ ਉਹ ਹਮੇਸ਼ਾ ਪਰਮਜੀਤ ਸਿੰਘ ਪੰਮੇ ਦੀ ਅਗਵਾਈ ਵਿੱਚ ਬੀਜੇਪੀ ਦਾ ਸਾਥ ਦਿੰਦੇ ਰਹਿਣਗੇ। ਇਹ ਆਇਆ ਆਖਦੇ ਹਾਂ ਅਤੇ ਇਹਨਾਂ ਨੂੰ ਇੱਕ ਬੇਨਤੀ ਵੀ ਕੀਤੀ ਗਈ ਆ ਕਿ ਇਸੇ ਤਰ੍ਹਾਂ ਅੱਗੇ ਜਿੰਨੇ ਵੀ ਤੁਹਾਡੇ ਪਿੰਡਾਂ ਦੇ ਵਿੱਚ ਸੰਬੰਧ ਹੈ, ਜਿੱਥੇ ਵੀ ਤੁਹਾਡੀ ਰਿਸ਼ਤੇਦਾਰੀ ਆ, ਉਹਨਾਂ ਨੂੰ ਵੀ ਪ੍ਰੇਰ ਕੇ ਪਾਰਟੀ ਦੇ ਨਾਲ ਜੋੜੋ ਅਤੇ ਪਾਰਟੀ ਦੇ ਮੈਂਬਰ ਬਣਾਓ, ਪਾਰਟੀ ਦੇ ਹੱਥ ਮਜ਼ਬੂਤ ਕਰੋ, ਮੋਦੀ ਸਾਹਿਬ ਦੇ ਹੱਥ ਮਜ਼ਬੂਤ ਕਰੋ। ਅੱਛਾ ਪ੍ਰਧਾਨ ਜੀ, ਕਿਹਾ ਜਾ ਰਿਹਾ ਹੈ ਨਾ ਉਹਨੂੰ ਸ਼ਿਕਾਇਤਾਂ ਵੀ ਕੁਝ ਕਿ ਸਾਡੇ ਕੋਠੀਆਂ ਦੀਆਂ ਜਾਂ ਦਾਣਿਆਂ ਦੀਆਂ ਕੁਝ ਸਮੱਸਿਆਵਾਂ ਆ ਰਹੀਆਂ ਆ ਜੀ, ਉਹਦੇ ਬਾਰੇ ਕੋਈ ਚਾਨਣਾ ਪਾਓ ਜੀ। ਵੇਖੋ ਜੀ, ਇੱਥੇ ਪੰਜਾਬ ਸਰਕਾਰ ਦਾ ਪੱਖ ਜਿਹੜਾ ਬਿਲਕੁਲ ਘਟੀਆ ਨਜ਼ਰ ਆ ਰਿਹਾ ਹੈ। ਮੋਦੀ ਸਾਹਿਬ ਦੀ ਸਰਕਾਰ ਦੀਆਂ ਸਕੀਮਾਂ ਇਕੱਲੇ ਪੰਜਾਬ 'ਚ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਚੱਲ ਰਹੀਆਂ ਨੇ। 25 ਕਰੋੜ ਤੋਂ ਵੱਧ ਉਹਨਾਂ ਨੇ ਬੇਘਰਿਆਂ ਨੂੰ, ਜਿਨ੍ਹਾਂ ਦੇ ਸਿਰ 'ਤੇ ਲੈਂਟਰ ਵਾਲੀਆਂ ਛੱਤਾਂ ਨਹੀਂ ਸੀ, ਉਹਨਾਂ ਨੂੰ ਘਰ ਬਣਾ ਕੇ ਦਿੱਤੇ ਆ। ਮੋਦੀ ਸਾਹਿਬ ਦੀ ਸਰਕਾਰ ਦੀਆਂ ਸਕੀਮਾਂ ਜਿਹਦੇ 'ਚ ਕਣਕ ਵਾਲੀਆਂ ਸ਼ਿਕਾਇਤਾਂ ਆ ਰਹੀਆਂ ਪੰਜਾਬ ਸਰਕਾਰ ਦੀ ਤਰਫੋਂ, ਮੋਦੀ ਸਾਹਿਬ ਦੀ ਸਰਕਾਰ ਵੱਲੋਂ ਹਰ ਕੋਟਾ ਸਮੇਂ ਸਿਰ ਪੰਜਾਬ ਸਰਕਾਰ ਨੂੰ ਰਿਲੀਜ਼ ਕੀਤਾ ਜਾਂਦਾ ਆ। ਪੰਜਾਬ ਸਰਕਾਰ ਜਾਣ ਬੁੱਝ ਕੇ ਗਰੀਬ ਜਨਤਾ ਨੂੰ ਖਰਾਬ ਕਰਾਈ ਆ। ਪ੍ਰਧਾਨ ਜੀ, ਇੱਕ ਪਿੰਡ ਦੇ ਨੁਮਾਇੰਦੇ ਵੱਲੋਂ ਇਹ ਵੀ ਮੰਗ ਕੀਤੀ ਗਈ ਹੈ ਕਿ ਰੋਜ਼ਗਾਰ ਨਹੀਂ ਮਿਲ ਰਿਹਾ ਨੌਜਵਾਨਾਂ ਨੂੰ, ਇਸ ਵਿਸ਼ੇ 'ਚ ਕੀ ਕਹਿਣਾ ਚਾਹੁੰਦੇ ਹੋ? ਵੇਖੋ ਜੀ, ਮੋਦੀ ਸਾਹਿਬ ਦੀ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਵਾਸਤੇ ਹਰ ਵੇਲੇ ਤਤਪਰ ਆ ਤੇ ਉਹ ਸਮੇਂ ਦੇ ਨਾਲ ਨਵੀਆਂ ਸਕੀਮਾਂ ਕੱਢਦੇ ਆ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਾਸਤੇ। ਇਸ ਰੋਜ਼ਗਾਰ ਦੇ ਮੁੱਦੇ 'ਤੇ ਪੰਜਾਬ ਸਰਕਾਰ ਫੇਲ ਨਜ਼ਰ ਆ ਰਹੀ ਆ। ਜਦੋਂ ਤੋਂ 5-6 ਮਹੀਨੇ ਤੋਂ ਸਰਕਾਰ ਬਣੀ ਆ, ਉਹਨੇ ਚੱਲਦੀਆਂ ਸਕੀਮਾਂ ਵੀ ਬੰਦ ਕਰ ਦਿੱਤੀਆਂ ਨੇ। ਨਵੇਂ ਰੋਜ਼ਗਾਰ ਦੇਣ ਦੀ ਬਜਾਏ ਚੱਲਦੀਆਂ ਸਕੀਮਾਂ ਵੀ ਬੰਦ ਕਰ ਦਿੱਤੀਆਂ ਨੇ। ਉਹ ਪੰਜਾਬ ਸਰਕਾਰ ਫੇਲ ਨਜ਼ਰ ਆ ਰਹੀ ਹੈ। ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਵੀਰ ਜੀ, ਅੱਜ ਤੁਸੀਂ ਬਹੁਤ ਹੀ ਵਧਾਈ ਦੇ ਪਾਤਰ ਹੋ ਕਿ ਤੁਸੀਂ ਇੱਕ ਚੰਗੀ ਪਾਰਟੀ ਅਤੇ ਇੱਕ ਚੰਗੇ ਲੀਡਰ ਨੂੰ ਚੁਣਨ ਜਾ ਰਹੇ ਹੋ ਅਤੇ ਉਹਨਾਂ ਦੇ ਨਾਲ ਸ਼ਾਮਲ ਹੋਣ ਜਾ ਰਹੇ ਹੋ। ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਪਰਮਜੀਤ ਸਿੰਘ ਜੀ ਪੰਮਾ ਪ੍ਰਧਾਨ, ਸੀਨੀਅਰ ਆਗੂ ਬੀਜੇਪੀ ਹਲਕਾ ਮਜੀਠਾ ਤੁਹਾਡੇ ਕੋਲ ਪਹੁੰਚੇ ਨੇ। ਉਹਨਾਂ ਦਾ ਸਿਰਫ ਇੱਕ ਹੀ ਟੀਚਾ ਵਾ, ਇੱਕ ਹੀ ਉਦੇਸ਼ ਹੈ ਉਹਨਾਂ ਦਾ ਕਿ ਜੋ ਵੀ ਸੈਂਟਰ ਸਰਕਾਰ ਵੱਲੋਂ, ਮੋਦੀ ਸਾਹਿਬ ਵੱਲੋਂ ਜੋ ਵੀ ਸਕੀਮਾਂ, ਜੋ ਵੀ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਨੇ, ਉਹਨਾਂ ਨੂੰ ਹਰ ਇੱਕ ਜ਼ਰੂਰਤਮੰਦ, ਹਰ ਇੱਕ ਗਰੀਬ ਤੱਕ ਪਹੁੰਚਾਉਣਾ। ਕਿਉਂਕਿ ਕਈ ਵਾਰ ਇੱਦਾਂ ਹੁੰਦਾ ਆ ਕਿ ਸੈਂਟਰ ਦੀਆਂ ਜਿਹੜੀਆਂ ਸਕੀਮਾਂ ਆ, ਜਾਂ ਤੇ ਉਹ ਰਾਹ 'ਚ ਹੀ ਖੁਰਦ-ਬੁਰਦ ਹੋ ਜਾਂਦੀਆਂ ਵਾ ਸੂਬਾ ਸਰਕਾਰ ਦੇ ਕਮੀਆਂ ਕਰਕੇ, ਤੇ ਜਾਂ ਫਿਰ ਉਹ ਆਮ ਲੋਕਾਂ ਤੱਕ ਪਹੁੰਚਦੀਆਂ ਨਹੀਂ ਆ। ਤੇ ਆਮ ਲੋਕਾਂ ਨੂੰ ਲੱਗਦਾ ਕਿ ਸੈਂਟਰ ਨੇ ਕੁਝ ਨਹੀਂ ਕੀਤਾ ਸਾਡੇ ਲਈ, ਪਰ ਸੈਂਟਰ 100 ਦੇ ਵਿੱਚੋਂ ਜਿਹੜੀਆਂ ਸਕੀਮਾਂ ਹੁੰਦੀਆਂ, 90 ਸਕੀਮਾਂ ਸੈਂਟਰ ਦੀਆਂ ਹੁੰਦੀਆਂ ਨੇ। ਲਗਭਗ ਬਹੁਤ ਹੀ ਕੰਮ ਕਰ ਰਹੀ ਹੈ ਸੈਂਟਰ। ਬਸ ਸਾਨੂੰ ਕੋ ਜਾਗਰੂਕਤਾ ਹੈ ਨਹੀਂ ਹੈ ਤੇ ਸਾਡੇ ਤੱਕ ਉਹ ਸਕੀਮਾਂ ਪਹੁੰਚਦੀਆਂ ਨਹੀਂ ਆ ਤੇ ਗਰੀਬ ਫਿਰ ਵਿਚਾਰਾ ਗਰੀਬ ਰਹਿ ਜਾਂਦਾ। ਜਿਵੇਂ ਪਿੱਛੇ ਜੇ ਸੈਂਟਰ ਨੇ ਭੇਜੀਆਂ ਕਿ ਘਰ ਬਣਾਉਣ ਵਾਸਤੇ ਸਕੀਮਾਂ, ਹਰ ਪਰਿਵਾਰ ਨੂੰ 2-2 ਲੱਖ ਰੁਪਏ ਭੇਜੇ ਗਏ ਲੈਂਟਰ ਵਾਸਤੇ, ਠੀਕ ਆ। ਸਿਲੰਡਰ ਚੁੱਲ੍ਹੇ ਭੇਜੇ ਗਏ ਸੈਂਟਰ ਵੱਲੋਂ, ਕਿਸੇ ਤੁਹਾਨੂੰ ਮਿਲਿਆ ਨਹੀਂ ਹੋਣਾ ਮੈਨੂੰ ਜਿੱਥੋਂ ਤੱਕ ਲੱਗਦਾ। ਸ਼ਾਮ ਦੇ ਟਾਈਮ ਦੂਸਰਾ ਵੱਡਾ ਇਕੱਠ ਜਿਹੜਾ ਹੈ ਉਹ ਸਪਾਰੀਵਿੰਡ ਦੇ ਵਿੱਚ ਹੋਇਆ, ਜਿਸ ਨੂੰ ਕਿਲ੍ਹਾ ਸਪਾਰੀਵਿੰਡ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਤੇ ਅਕਾਲੀ ਦਲ ਦੇ ਗੜ੍ਹ ਵਜੋਂ ਜਾਣੇ ਜਾਂਦੇ ਇਸ ਪਿੰਡ ਵਿੱਚ ਬੱਬੂ ਮਸੀਹ ਦੇ ਘਰ ਵਿੱਚ ਲਗਭਗ 15 ਪਰਿਵਾਰਾਂ ਨੇ ਬੀਜੇਪੀ ਵਿੱਚ ਸ਼ਾਮਲ ਹੋਣ ਦਾ ਪ੍ਰਣ ਲਿਆ ਹੈ। ਇਹ ਸਭ ਕੁਝ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੈ, ਸਮਝ ਤੋਂ ਬਾਹਰ ਹੈ ਕਿ
1.5 ਸਾਲ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੰਨੇ ਵੱਡੇ ਪੱਧਰ ਤੇ ਵਿਰੋਧਤਾ, ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਕਿਹੜੀਆਂ ਸਹੂਲਤਾਂ ਦਿੱਤੀਆਂ ਨੇ ਕਿ ਏਡੀ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਆ ਬੀਜੇਪੀ ਵਿੱਚ ਸ਼ਾਮਲ ਹੋ ਰਹੇ ਨੇ। ਜੇ ਗੱਲ ਕਰਾਂ ਮਾਝੇ ਵਿੱਚ ਤਾਂ ਸਾਰਾ ਮਾਝਾ ਸੁੱਤਾ ਪਿਆ ਹੈ। ਮਜੀਠਾ ਹਲਕਾ ਬਹੁਤ ਸਰਗਰਮ ਹੈ, ਚਾਹੇ ਗੱਲ ਪ੍ਰਦੀਪ ਭੁੱਲਰ ਦੀ ਹੋਵੇ ਜਾਂ ਪਰਮਜੀਤ ਸਿੰਘ ਪੰਮਾ ਦੀ ਹੋਵੇ। ਦੋਵੇਂ ਵਰਕਰ ਅੱਡੀਆਂ ਚੁੱਕ ਕੇ ਜ਼ੋਰ ਲਾ ਰਹੇ ਨੇ ਤੇ ਲੋਕਾਂ ਨੂੰ ਲਾਮਬੰਦ ਕਰਕੇ ਬੀਜੇਪੀ ਵਿੱਚ ਸ਼ਾਮਲ ਕਰ ਰਹੇ ਹਨ। ਅੱਗੇ ਵੇਖਣਾ ਹੈ ਕਿ 2024 ਵਿੱਚ ਊਠ ਕਿਹੜੀ ਕਰਵਟ ਪੈਂਦਾ, ਪਰ ਹਾਲ ਦੀ ਘੜੀ ਜੇ ਗੱਲ ਕਰੀਏ ਤੇ ਬੀਜੇਪੀ ਦੂਸਰੀਆਂ ਪਾਰਟੀਆਂ ਦੇ ਮੁਕਾਬਲੇ ਬਹੁਤ ਸਰਗਰਮ ਹੈ। ਸ਼ਾਮ ਦੇ ਟਾਈਮ ਦੂਸਰਾ ਵੱਡਾ ਇਕੱਠ ਜਿਹੜਾ ਹੈ ਉਹ ਸਪਾਰੀਵਿੰਡ ਦੇ ਵਿੱਚ ਹੋਇਆ, ਜਿਸ ਨੂੰ ਕਿਲ੍ਹਾ ਸਪਾਰੀਵਿੰਡ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਤੇ ਅਕਾਲੀ ਦਲ ਦੇ ਗੜ੍ਹ ਵਜੋਂ ਜਾਣੇ ਜਾਂਦੇ ਇਸ ਪਿੰਡ ਵਿੱਚ ਬੱਬੂ ਮਸੀਹ ਦੇ ਘਰ ਵਿੱਚ ਲਗਭਗ 15 ਪਰਿਵਾਰਾਂ ਨੇ ਬੀਜੇਪੀ ਵਿੱਚ ਸ਼ਾਮਲ ਹੋਣ ਦਾ ਪ੍ਰਣ ਲਿਆ ਹੈ। ਇਹ ਸਭ ਕੁਝ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੈ, ਸਮਝ ਤੋਂ ਬਾਹਰ ਹੈ ਕਿ 1.5 ਸਾਲ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੰਨੇ ਵੱਡੇ ਪੱਧਰ ਤੇ ਵਿਰੋਧਤਾ, ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਕਿਹੜੀਆਂ ਸਹੂਲਤਾਂ ਦਿੱਤੀਆਂ ਨੇ ਕਿ ਏਡੀ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਆ ਬੀਜੇਪੀ ਵਿੱਚ ਸ਼ਾਮਲ ਹੋ ਰਹੇ ਨੇ। ਜੇ ਗੱਲ ਕਰਾਂ ਮਾਝੇ ਵਿੱਚ ਤਾਂ ਸਾਰਾ ਮਾਝਾ ਸੁੱਤਾ ਪਿਆ ਹੈ। ਮਜੀਠਾ ਹਲਕਾ ਬਹੁਤ ਸਰਗਰਮ ਹੈ, ਚਾਹੇ ਗੱਲ ਪ੍ਰਦੀਪ ਭੁੱਲਰ ਦੀ ਹੋਵੇ ਜਾਂ ਪਰਮਜੀਤ ਸਿੰਘ ਪੰਮਾ ਦੀ ਹੋਵੇ। ਦੋਵੇਂ ਵਰਕਰ ਅੱਡੀਆਂ ਚੁੱਕ ਕੇ ਜ਼ੋਰ ਲਾ ਰਹੇ ਨੇ ਤੇ ਲੋਕਾਂ ਨੂੰ ਲਾਮਬੰਦ ਕਰਕੇ ਬੀਜੇਪੀ ਵਿੱਚ ਸ਼ਾਮਲ ਕਰ ਰਹੇ ਹਨ। ਅੱਗੇ ਵੇਖਣਾ ਹੈ ਕਿ 2024 ਵਿੱਚ ਊਠ ਕਿਹੜੀ ਕਰਵਟ ਪੈਂਦਾ, ਪਰ ਹਾਲ ਦੀ ਘੜੀ ਜੇ ਗੱਲ ਕਰੀਏ ਤੇ ਬੀਜੇਪੀ ਦੂਸਰੀਆਂ ਪਾਰਟੀਆਂ ਦੇ ਮੁਕਾਬਲੇ ਬਹੁਤ ਸਰਗਰਮ ਹੈ। ਸਾਡੇ ਵੱਡੇ ਵੀਰ ਬੱਬੂ ਭਲਵਾਨ ਜੀ ਅਤੇ ਮੇਰੇ ਵੀਰ ਦਿਆਲ ਜੀ ਨੇ ਜੋ ਸਾਨੂੰ ਮਾਣ ਅੱਜ ਸਪਾਰੀਵਿੰਡ ਵਿੱਚ ਬੁਲਾ ਕੇ ਬਖਸ਼ਿਆ, ਉਹਦੇ ਲਈ ਅਸੀਂ ਇਹਨਾਂ ਦੇ ਸਦਾ ਰਿਣੀ ਰਹਾਂਗੇ। ਔਰ ਇੱਕ ਗੱਲ ਇਸ ਗੱਲ ਤੋਂ ਯਾਦ ਹੋ ਰਹੀ ਹੈ ਤੁਹਾਡੇ ਵੱਲ ਵੇਖ ਕੇ, ਜਿੰਨੀ ਵੱਡੀ ਗਿਣਤੀ ਵਿੱਚ ਭੈਣਾਂ ਬੈਠੀਆਂ ਨੇ, ਵੀਰ ਬੱਚੇ ਬੈਠੇ ਆ, ਕਿ ਸ੍ਰੀ ਨਰਿੰਦਰ ਭਾਈ ਮੋਦੀ ਸਾਹਿਬ ਉਹਨਾਂ ਦੀ ਸਰਕਾਰ ਦੀ ਨੀਤੀਆਂ ਤੇ ਮੋਹਰ ਲੱਗਦੀ ਦਿਸ ਰਹੀ ਆ ਕਿ ਭੈਣਾਂ ਨੂੰ ਸਿਲੰਡਰ ਜ਼ਰੂਰ ਮੋਦੀ ਸਾਹਿਬ ਵਾਲੇ ਮਿਲੇ ਆ। ਮਿਲੇ ਭੈਣੋ ਕਿ ਨਹੀਂ ਮਿਲੇ? ਹੱਥ ਖੜਾ ਕਰਕੇ ਦੱਸਿਓ ਵੀ ਮੋਦੀ ਸਾਹਿਬ ਵਾਲੇ ਸਿਲੰਡਰ ਮਿਲੇ ਆ ਕਿ ਨਹੀਂ ਮਿਲੇ। ਜਿਹਨੂੰ ਹੱਥ ਮਿਲੇ ਆ, ਜਿਨ੍ਹਾਂ ਨੂੰ ਸਿਲੰਡਰ ਮਿਲੇ ਹੱਥ ਖੜੇ ਕਰੋ, ਕਣੇ ਉਹ ਹੱਥ ਖੜੇ ਕਰਿਓ। ਜਿਨ੍ਹਾਂ ਨੂੰ ਨਰੇਗਾ ਦੇ ਵਿੱਚ ਜੌਬ ਕਾਰਡ ਬਣੇ ਆ ਉਹ ਹੱਥ ਜ਼ਰੂਰ ਖੜਾ ਕਰਿਓ। ਮੈਂ ਇਹ ਤਾਂ ਕਹਿ, ਸਕੀਮਾਂ ਸਾਰੀਆਂ ਮੋਦੀ ਸਰਕਾਰ ਦੀਆਂ ਨੇ, ਭਾਵੇਂ ਉਹ ਕੋਠਿਆਂ ਵਾਲੀ ਸਕੀਮਾਂ ਨੇ, ਭਾਵੇਂ ਉਹ ਸਿਲੰਡਰਾਂ ਵਾਲੀਆਂ ਸਕੀਮਾਂ ਨੇ, ਭਾਵੇਂ ਉਹ ਤੁਹਾਡੀਆਂ ਗਲੀਆਂ ਨਾਲੀਆਂ ਦੀਆਂ ਸਕੀਮਾਂ ਨੇ, ਤੇ ਭਾਵੇਂ ਨਰੇਗਾ ਦੀਆਂ ਸਕੀਮਾਂ ਨੇ, ਤੇ ਭਾਵੇਂ 2 ਰੁਪਏ ਕਿਲੋ ਆਟਾ 20 ਰੁਪਏ ਕਿਲੋ ਵਾਲੀ ਦਾਲ ਦੀ ਸਕੀਮ ਹੈ, ਉਹ ਮੋਦੀ ਸਾਹਿਬ ਦੀ ਸਰਕਾਰ ਦੀ ਸਕੀਮ। ਜੇ ਤੁਹਾਡੇ ਤੱਕ ਸਕੀਮ ਪਹੁੰਚ ਗਈ ਆ ਤਾਂ ਵੀ ਵਧੀਆ, ਜੇ ਨਹੀਂ ਪਹੁੰਚੀ ਉਹਦੇ ਲਈ ਗੁਨਾਹਗਾਰ ਕੌਣ ਆ? ਜਿਹੜੀਆਂ ਸਰਕਾਰਾਂ ਲੰਘੀਆਂ ਨੇ। ਗੱਲ ਸੁਣਨ ਵਾਲੀ ਬਿਲਕੁਲ ਧਿਆਨ ਨਾਲ ਸੁਣਿਓ। ਜੇ ਸਕੀਮਾਂ ਤੁਹਾਡੇ ਤੱਕ ਨਹੀਂ ਪਹੁੰਚੀਆਂ, ਮੋਦੀ ਸਾਹਿਬ ਦੀ ਸਰਕਾਰ ਦੀ ਸਕੀਮਾਂ ਦੇ ਲਾਭ ਤੁਹਾਨੂੰ ਨਹੀਂ ਮਿਲੇ, ਤੇ ਜਿਹੜੀਆਂ ਸਰਕਾਰਾਂ ਰਹੀਆਂ ਨੇ ਜਾਂ ਜਿਹੜੀ ਸਰਕਾਰ ਆਪ ਵਾਲੀ ਚੱਲ ਰਹੀ ਆ, ਇੱਕ ਕਸੂਰਵਾਰ ਆਪਣੇ ਲੀਡਰ ਚੁਣਨਗੇ। ਮੇਰੀ ਗੱਲ ਦਾ ਗੁੱਸਾ ਨਾ ਕਰਿਓ। ਸਾਰੇ ਪੰਜਾਬ ਨੇ ਪਰਿਵਾਰਵਾਦ ਖਤਮ ਕਰਤਾ, ਮਜੀਠੇ ਹਲਕੇ ਵਾਲਿਆਂ ਨੇ ਪਰਿਵਾਰਵਾਦ ਫਿਰ ਵਧਾਇਆ। ਮਜੀਠੇ ਹਲਕੇ ਵਾਲਿਆਂ ਨੇ ਪਰਿਵਾਰਵਾਦ ਨੂੰ ਫਿਰ ਵਧਾਇਆ, ਜਿਹੜੀ ਇੱਕ ਬੜੀ ਸਾਡੇ ਵਾਸਤੇ ਨਮੋਸ਼ੀ ਵਾਲੀ ਗੱਲ ਆ। ਸਾਨੂੰ ਇਸ ਗੱਲ ਤੋਂ ਸੇਧ ਲੈਣੀ ਚਾਹੀਦੀ ਆ ਕਿ ਪੰਜਾਬ ਦੇ ਲੋਕ, ਸਾਡੇ ਹਲਕੇ ਤੋਂ ਬਾਹਰਲੇ ਹਲਕਿਆਂ ਦੇ ਲੋਕ ਸਾਡੇ ਨਾਲੋਂ ਸਿਆਣੇ ਨੇ। ਉਹਨਾਂ ਨੇ ਪਰਿਵਾਰਵਾਦ ਨੂੰ ਖਤਮ ਕਰਕੇ ਇੱਕ ਮੋਬਾਈਲਾਂ ਦੀ ਦੁਕਾਨ ਤੇ ਕੰਮ ਕਰਨ ਵਾਲਾ ਲਾਭ ਸਿੰਘ ਉੱਗੋ ਕੇ ਸਾਡੇ ਤੋਂ ਉਲਟ ਪਾਰਟੀ ਦਾ ਭਾਵੇਂ, ਪਰ ਲੋਕਾਂ ਨੇ ਮੌਜੂਦਾ ਮੁੱਖ ਮੰਤਰੀ ਨੂੰ ਹਰਾ ਕੇ ਉਹਨੂੰ ਚੁਣਿਆ। ਇੱਕ ਸੋਚ ਨਾਲ ਵੋਟ ਪਾਈ, ਸਾਡੇ ਹਲਕੇ 'ਚ ਸੋਚ ਖਤਮ ਕਰਤੀ ਆ। ਮੈਂ ਚਾਹੁੰਦਾ ਆ ਆਪਣੀ ਸੋਚ ਦੇ ਨਾਲ ਚੱਲੋ, ਆਪਣੀ ਸੋਚ ਨਾਲ ਵੋਟ ਪਾਓ, ਨਸ਼ਿਆਂ ਦੇ ਉਲਟ ਵੋਟ ਪਾਓ, ਬੇਰੁਜ਼ਗਾਰੀ ਦੇ ਉਲਟ ਵੋਟ ਪਾਓ, ਆਪਣੇ ਚੰਗੇ ਬੱਚਿਆਂ ਦੇ ਚੰਗੇ ਭਵਿੱਖ ਵਾਸਤੇ ਵੋਟ ਪਾਓ। ਅੱਜ ਮੈਨੂੰ ਦੱਸੋ ਤੁਹਾਡੇ ਪਿੰਡ 'ਚ ਕਿੰਨੇ ਬੱਚਿਆਂ ਨੂੰ ਰੁਜ਼ਗਾਰ ਮਿਲਿਆ? ਮੈਨੂੰ ਹੱਥ ਖੜਾ ਕਰਕੇ ਦੱਸਿਓ।
ਜੇ ਕਿਸੇ ਨੂੰ ਬਿਕਰਮ ਸਿੰਘ ਮਜੀਠੀਆ ਨੇ ਨੌਕਰੀ ਦਵਾਈ ਉਹ ਵੀ ਹੱਥ ਖੜਾ ਕਰ ਦੋ ਜੇ ਕਿਸੇ ਨੂੰ ਦਵਾਈ ਆ ਤੇ ਦਵਾ ਸਕਦਾ ਪਰ ਦਵਾਈ ਨਹੀਂ। ਇਹ ਕਿਉਂ ਨਹੀਂ ਦਵਾਈ? ਆ ਜਿਹੜੀਆਂ ਗਲੀਆਂ ਨਾਲੀਆਂ ਨੇ, ਸੜਕਾਂ ਨੇ, ਇਹ ਸਰਕਾਰਾਂ ਦੇ ਫਰਜ਼ ਆ। ਸੜਕਾਂ, ਗਲੀਆਂ, ਨਾਲੀਆਂ, ਸੜਕਾਂ ਜੋ ਵੀ ਆ ਸਰਕਾਰਾਂ ਨੇ ਬਣਾਉਣੀਆਂ। ਸਰਕਾਰਾਂ ਕਾਹਦੇ ਵਾਸਤੇ ਚੁਣੀਆਂ ਜਾਂਦੀਆਂ ਨੇ? ਇਸੇ ਕੰਮ ਵਾਸਤੇ ਚੁਣੀਆਂ ਜਾਂਦੀਆਂ ਨੇ, ਜਦੋਂ ਕਿ ਸਰਕਾਰ ਦੇ ਹੋਰ ਬੜੇ ਫਰਜ਼ ਨੇ। ਸਰਕਾਰ, ਅਸੀਂ ਬਿਕਰਮ ਸਿੰਘ ਨੂੰ ਤਾਂ ਕਹਿੰਦੇ ਹਾਂ ਸਹੀ ਡਿਵੈਲਪਮੈਂਟ ਕੀਤੀ ਮਜੀਠੇ ਹਲਕੇ ਦੀ, ਜੇ ਮਜੀਠੇ ਮੋਦੀ ਸਾਹਿਬ ਵੱਲੋਂ ਹਰ ਇੱਕ ਗ੍ਰਾਂਟ ਦਿੱਤੀ ਜਾ ਰਹੀ ਆ, ਭਾਵੇਂ ਉਹ ਗਰੀਬਾਂ ਦੇ ਕੋਠਿਆਂ ਵਾਸਤੇ ਆ। ਪੂਰੇ ਹਿੰਦੁਸਤਾਨ ਦੇ ਵਿੱਚ 25 ਕਰੋੜ ਤੋਂ ਵੱਧ ਉਹਨਾਂ ਨੇ ਘਰ ਬਣਾ ਕੇ ਦਿੱਤੇ ਆ। 25 ਕਰੋੜ ਤੋਂ ਵੱਧ ਆਪਣੇ 8 ਸਾਲਾਂ ਦੀ ਸਰਕਾਰ ਦੇ ਸਮੇਂ ਦੇ ਵਿੱਚ 25 ਕਰੋੜ ਉਹਨਾਂ ਨੇ ਹਿੰਦੁਸਤਾਨ 'ਚ ਘਰ ਬਣਾ ਕੇ ਦਿੱਤੇ ਆ। ਜੇ ਅੱਜ 5 ਲੱਖ ਵਾਲਾ ਹੈਲਥ ਵਾਲਾ ਕਾਰਡ ਬਣਿਆ, ਕਿਹਨੇ ਬਣਾ ਕੇ ਦਿੱਤਾ? ਇਹ ਮੋਦੀ ਸਾਹਿਬ ਨੇ ਬਣਾ ਕੇ ਦਿੱਤਾ। 5 ਲੱਖ ਵਾਲਾ ਹੈਲਥ ਦਾ ਕਾਰਡ ਜੇ ਬਣਾ ਕੇ ਦਿੱਤਾ ਤੇ ਮੋਦੀ ਸਾਹਿਬ ਦੀ ਸਰਕਾਰ ਨੇ ਬਣਾ ਕੇ ਦਿੱਤਾ। ਜੇ ਅੱਜ 5 ਲੱਖ ਵਾਲਾ ਕਾਰਡ ਤੁਹਾਡੇ ਕੋਲ ਹੈਗਾ ਤੇ ਤੁਸੀਂ ਜਾ ਕੇ ਹਸਪਤਾਲ 'ਚ ਇਲਾਜ ਕਰਾ ਸਕਦੇ ਜੀ। ਜੇ ਕਦੇ ਤੁਹਾਨੂੰ ਪਰੇਸ਼ਾਨੀ ਆਉਂਦੀ ਆ, ਉਹ ਕਿਉਂ ਆਉਂਦੀ ਆ? ਕਿ ਪੰਜਾਬ ਸਰਕਾਰ ਆਪਣੇ ਬਣਦੇ ਪੈਸੇ ਜਮ੍ਹਾਂ ਨਹੀਂ ਕਰਾਉਂਦੀ। ਜਿਹੜੇ ਪੈਸੇ ਉੱਤੋਂ ਮੋਦੀ ਸਾਹਿਬ ਦੀ ਸਰਕਾਰ ਭੇਜਦੀ ਆ, ਇਹ ਉਹਨਾਂ ਨੂੰ ਹੋਰ ਕੰਮਾਂ ਲਈ ਵਰਤ ਲੈਂਦੇ ਆ। ਇਹ ਹੈਲਥ ਡਿਪਾਰਟਮੈਂਟ ਨੂੰ, ਸਿਹਤ ਵਿਭਾਗ ਨੂੰ ਉਹ ਪੈਸੇ ਨਹੀਂ ਦਿੰਦੇ ਤੇ ਗਰੀਬਾਂ ਨੂੰ ਜਾ ਕੇ ਹਸਪਤਾਲਾਂ 'ਚ ਰੋਲਣਾ ਪੈਂਦਾ। ਉਹਦੇ ਲਈ ਕਸੂਰਵਾਰ ਜਿਹੜੀਆਂ ਪੰਜਾਬ ਦੀ ਸਰਕਾਰਾਂ ਉਹ ਨੇ। ਮੋਦੀ ਸਾਹਿਬ ਦੀ ਸਰਕਾਰ ਨੇ ਆਯੁਸ਼ਮਾਨ ਕਾਰਡ, ਹੈਲਥ ਕਾਰਡ ਬਣਾ ਕੇ ਦਿੱਤਾ। ਉਹ ਕਿਹਦੇ ਵਾਸਤੇ? ਕਿ ਗਰੀਬਾਂ ਦਾ ਸਹੀ ਇਲਾਜ ਹੋ ਸਕੇ। ਉਹਨਾਂ ਨੇ ਐਜੂਕੇਸ਼ਨ ਵਾਸਤੇ ਅਨੇਕਾਂ ਤਰ੍ਹਾਂ ਦੀਆਂ, ਇੱਥੋਂ ਦੀਆਂ ਸਰਕਾਰਾਂ ਗਰੀਬਾਂ ਤੱਕ ਨਹੀਂ ਪਹੁੰਚਣ ਦਿੰਦੀਆਂ। ਉਹ ਕਿਉਂ ਨਹੀਂ ਪਹੁੰਚਣ ਦਿੰਦੀਆਂ? ਇਸ ਕਰਕੇ ਕਿ ਇਹ ਪੜ੍ਹ ਕੇ ਇਹਨਾਂ ਨੂੰ ਅਕਲ ਆ ਜੂਗੀ ਤੇ ਇਹ ਅਕਲਮੰਦ ਹੋ ਗਏ, ਆਪਣੀ ਸਮਝਦਾਰੀ ਨਾਲ ਵੋਟ ਪਾਉਣਗੇ। ਜੇ ਆਪਣੀ ਸਮਝਦਾਰੀ ਨਾਲ ਵੋਟ ਪਾਉਣਗੇ ਤੇ ਫਿਰ ਪਰਿਵਾਰਵਾਦ ਨੂੰ ਖਤਮ ਕਰਨਗੇ ਤੇ ਆਪਣੇ ਵਿੱਚੋਂ ਆਪਣੇ ਹਲਕੇ 'ਚ ਉਹਨੇ 2 ਕਾਰਖਾਨੇ ਸਰਕਾਰੀ ਲਿਆ ਕੇ ਲਾਏ ਹੁੰਦੇ, ਜਿੱਥੇ ਅੱਜ ਤੁਹਾਡੇ ਨੌਜਵਾਨ ਬੱਚਿਆਂ ਨੂੰ ਉੱਥੇ ਰੁਜ਼ਗਾਰ ਮਿਲਿਆ ਹੁੰਦਾ। ਤੇ ਜੇ ਉਹਨਾਂ ਨੂੰ ਰੁਜ਼ਗਾਰ ਮਿਲ ਜਾਂਦਾ, ਜਾਂ ਤੁਹਾਡੇ ਬੱਚਿਆਂ ਨੂੰ, ਜਾਂ ਜਿਹੜੇ ਸਾਡੇ ਹਲਕੇ 'ਚ ਰਹਿਣ ਵਾਲੇ ਉਹਨਾਂ ਨੂੰ ਰੁਜ਼ਗਾਰ ਮਿਲ ਜਾਂਦਾ, ਤੇ ਉਹਨਾਂ ਨੂੰ ਸਮਝ ਆ ਜਾਣੀ ਸੀ। ਉਹਨਾਂ ਨੂੰ ਸਮਝ ਆ ਜਾਣੀ ਕਿ ਅਸੀਂ ਆਪਣੀ ਸਮਝ ਨਾਲ ਵੋਟ ਪਾਉਣੀ ਆ। ਤੇ ਬਿਕਰਮ ਸਿੰਘ ਹੋਣੀ ਜਿੰਨੇ ਵੀ ਨੇ, ਇਹ ਨਹੀਂ ਚਾਹੁੰਦੇ ਵੀ ਆਪਣੀ ਸਮਝ ਨਾਲ ਵੋਟ ਪਾਵੇ ਕੋਈ, ਇਹ ਨਹੀਂ ਚਾਹੁੰਦੇ। ਇਸ ਕਰਕੇ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ, ਆਪਣੀ ਸਮਝ ਨਾਲ ਵੋਟ ਪਾਓ। ਅੱਜ ਬਹੁਤ ਖੁਸ਼ੀ ਵਾਲੀ ਗੱਲ ਆ ਕਿ ਤੁਸੀਂ ਭਾਰਤੀ ਜਨਤਾ ਪਾਰਟੀ ਨਾਲ ਜੁੜਨ ਦਾ ਮਨ ਬਣਾਇਆ। ਇਹ ਸ੍ਰੀ ਨਰਿੰਦਰ ਭਾਈ ਮੋਦੀ ਸਾਹਿਬ ਦੀ ਸਰਕਾਰ ਦੀਆਂ ਨੀਤੀਆਂ ਦੇ ਮੋਹਰ ਆ। ਇਹ ਸ੍ਰੀ ਅਮਿਤ ਸ਼ਾਹ ਜੀ ਦੀ ਨੀਤੀਆਂ ਦੇ ਮੋਹਰ ਆ। ਸ੍ਰੀ ਜਗਤ ਪ੍ਰਕਾਸ਼ ਨੱਡਾ ਜੀ ਦੀ ਨੀਤੀਆਂ ਦੇ ਮੋਹਰ ਆ। ਸ੍ਰੀ ਤਰਨ ਚੁੱਗ ਜੀ ਦੀ ਨੀਤੀਆਂ ਦੇ ਮੋਹਰ ਆ। ਮੈਂ ਉਹਨਾਂ ਵੱਲੋਂ ਤੁਹਾਡਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਸਵਾਗਤ ਕਰਦਾ ਤੇ ਤੁਹਾਨੂੰ ਜੀ ਆਇਆਂ ਆਖਦਾ। ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਸੈਂਟਰ ਸਰਕਾਰ ਦੀਆਂ ਸਕੀਮਾਂ ਨੇ, ਹਰ ਪਿੰਡ ਦੇ ਵਿੱਚ ਕੈਂਪ ਲਵਾਵਾਂਗੇ। ਉਹ ਕੈਂਪਾਂ ਦੇ ਰਾਹੀਂ ਤੁਹਾਨੂੰ ਹਰ ਤਰ੍ਹਾਂ ਦੇ ਮੋਦੀ ਸਾਹਿਬ ਦੀ ਸਰਕਾਰ ਦੀ ਸਕੀਮਾਂ ਦੇ ਲਾਭ ਮਿਲਣਗੇ। ਇਸ ਕਰਕੇ ਤਗੜੇ ਹੋ ਕੇ ਮੇਰੀਆਂ ਭੈਣੋ, ਮੇਰੇ ਭਰਾਓ, ਮੇਰੇ ਬਜ਼ੁਰਗੋ, ਤਗੜੇ ਹੋ ਕੇ ਸਾਡਾ ਸਾਥ ਦਿਓ। ਮੋਢੇ ਨਾਲ ਮੋਢਾ ਲਾ ਕੇ ਚੱਲੋ। ਰਾਤ ਦਿਨ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਰਾਤ ਦਿਨ ਕਿਸੇ ਵੇਲੇ ਵੀ ਸਾਨੂੰ ਪਰਖ ਕੇ ਵੇਖ ਲਿਓ। ਰਾਤ 12 ਵਜੇ ਵੀ ਫੋਨ ਕਰਿਓ, 10 ਦੇ ਫੋਨ ਖੁੱਲੇ ਹੋਣਗੇ। ਜੇ ਤੁਸੀਂ ਚਾਹੁੰਦੇ ਹੋ ਕਿ ਇੱਕ ਨਸ਼ੇ ਦੀ ਬੜੀ ਵੱਡੀ ਕੁਰੀਤੀ ਖਤਮ ਹੋਣੀ ਚਾਹੀਦੀ ਆ, ਤੇ ਤਗੜੇ ਹੋ ਕੇ ਸਾਡਾ ਸਾਥ ਦਿਓ। ਜਿੱਥੇ ਵੀ ਤੁਹਾਨੂੰ ਕੋਈ ਨਸ਼ੇ ਦੇ ਸੰਬੰਧ 'ਚ ਸਮੱਸਿਆ ਆਉਂਦੀ ਆ, ਜਾਂ ਹੋਰ ਵੀ ਕੋਈ ਕਿਸੇ ਤਰ੍ਹਾਂ ਦੀ ਸਮੱਸਿਆ ਪਰੇਸ਼ਾਨੀ ਆਉਂਦੀ ਆ, ਭਾਰਤੀ ਜਨਤਾ ਪਾਰਟੀ ਦੇ ਵਰਕਰ, ਭਾਰਤੀ ਜਨਤਾ ਪਾਰਟੀ ਹਲਕਾ ਮਜੀਠਾ ਦੀ ਟੀਮ ਤੁਹਾਡੇ ਨਾਲ ਮੋਢਾ ਜੋੜ ਕੇ ਖੜੀ ਆ। ਤੁਹਾਡੇ ਨਾਲ ਹਰ ਵੇਲੇ ਖੜੀ ਰਹੂਗੀ। ਇਹ ਤੁਸੀਂ ਕਦੇ ਵੇਲਾ ਆਉਣ ਤੇ ਪਰਖ ਕੇ ਵੇਖਿਓ। ਬਹੁਤ ਬਹੁਤ ਤੁਹਾਡਾ ਪਿੰਡ ਵਾਲਿਆਂ ਦਾ ਧੰਨਵਾਦ। ਬਹੁਤ ਬਹੁਤ ਸ਼ੁਕਰੀਆ।
बहुत शुक्रिया। हालेलुया हालेलुया हालेलुया। वाहिगुरू जी का खालसा वाहिगुरू जी की फतेह।